ਕਿ ਸੈਕਰੀਫਾਈਸਿਸ ਜਿਹੜੇ ਡਾਕਟਰਸ ਕਰਦੇ ਨੇ ਉਹ ਕਈ ਵਾਰੀ ਅੰਡਰਲੁਕਡ ਹੁੰਦੇ ਨੇ ਔਰ ਅੰਡਰ ਵੈਲਿਊਡ ਵੀ ਹੁੰਦੇ ਨੇ। ਜਿਹੜੀ ਓਥ ਹੈ ਉਸ ਦਾ ਅਸਰ ਪੂਰੀ ਜ਼ਿੰਦਗੀ ਰਹਿਣਾ ਚਾਹੀਦਾ ਹੈ ਤੁਹਾਡੇ ਅੰਦਰ, ਉਹ ਚੀਜ਼ ਰਹਿਣੀ ਚਾਹੀਦੀ ਹੈ। ਇਹਦੇ ਲਈ ਵੀ ਕੋਈ ਪ੍ਰੈਕਟਿਸ ਕਰਦੇ ਹੋ? ਨੋ ਡਾਊਟ ਪ੍ਰੀਕਾਸ਼ਨਸ ਜ਼ਰੂਰੀ ਨੇ, ਮਾਸਕ ਲਗਾਉਣਾ ਜ਼ਰੂਰੀ ਹੈ ਐਂਡ ਇਟ ਹੈਜ਼ ਬੀਨ ਮੇਡ ਮੈਂਡੇਟਰੀ ਬਾਈ ਦੀ ਗਵਰਨਮੈਂਟ। ਨੈਸ਼ਨਲ ਡਾਕਟਰਸ ਡੇ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ, ਔਰ ਸਭ ਤੋਂ ਜ਼ਿਆਦਾ ਵਧਾਈਆਂ ਸਰ ਨੂੰ, ਡਾਕਟਰ ਹਰਜੋਤ ਸਿੰਘ ਮੱਕੜ ਸਰ, ਨਿਊਰੋ ਸਾਈਕੈਟ੍ਰਿਸਟ ਸਾਡੇ ਨਾਲ ਮੌਜੂਦ ਨੇ। ਸਰ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਇਸ ਸ਼ੁਭ ਦਿਨ ਦੀਆਂ, ਪਰ ਇਹ ਸਮਾਂ ਜਿਹੜਾ ਬਹੁਤ ਔਖਾ ਨਿਕਲ ਰਿਹਾ, ਕੀ ਕਹਿਣਾ ਚਾਹੋਗੇ? ਸੁਖਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹੂੰਗਾ ਕਿ ਤੁਸੀਂ ਅੱਜ ਇਸ ਮੌਕੇ ਤੇ ਕੰਗ੍ਰੈਚੁਲੇਟ ਕਰ ਰਹੇ ਹੋ। ਡਾਕਟਰਸ ਦੀ ਇੰਪੋਰਟੈਂਸ ਨੂੰ ਕਾਫੀ ਅੰਡਰਮਾਈਨ ਕੀਤਾ ਗਿਆ ਹੁਣ ਤੱਕ। ਅੱਜ ਨੈਸ਼ਨਲ ਡਾਕਟਰਸ ਡੇ ਹੈਗਾ, ਇੰਟਰਨੈਸ਼ਨਲ ਡਾਕਟਰਸ ਡੇ ਹੈ, ਸੋ ਉਹਦੇ ਉੱਤੇ ਡਾਕਟਰਸ ਨੂੰ ਸਨਮਾਨਿਤ ਕੀਤਾ ਜਾਂਦਾ ਉਹਨਾਂ ਦੀਆਂ ਸਰਵਿਸਿਜ਼ ਦੇ ਲਈ। ਸੋ ਅਗਰ ਆਪਾਂ ਇਸ ਚੀਜ਼ ਦੀ ਗੱਲ ਕਰੀਏ ਕਿ ਸੈਕਰੀਫਾਈਸਿਸ ਜਿਹੜੇ ਡਾਕਟਰਸ ਕਰਦੇ ਨੇ ਉਹ ਕਈ ਵਾਰੀ ਅੰਡਰਲੁਕਡ ਹੁੰਦੇ ਨੇ ਔਰ ਅੰਡਰ ਵੈਲਿਊਡ ਵੀ ਹੁੰਦੇ ਨੇ। ਅਗਰ ਆਪਾਂ ਓਵਰਆਲ ਸਾਰੀਆਂ ਚੀਜ਼ਾਂ ਨੂੰ ਦੇਖੀਏ ਤਾਂ ਕੋਈ ਇਹੋ ਜਿਹਾ ਪ੍ਰੋਫੈਸ਼ਨ ਨਹੀਂ ਹੈ ਜਿਹੜਾ ਤੁਹਾਨੂੰ ਪੈਸੇ ਦੇ ਲਈ ਮਜਬੂਰ ਕਰੇ ਕਿ ਤੁਸੀਂ ਰਾਤੀ 2 ਵਜੇ ਉੱਠ ਕੇ ਤੁਸੀਂ ਕਿਸੇ ਦੀ ਹੈਲਪ ਵਾਸਤੇ ਤੁਸੀਂ ਜਾ ਰਹੇ ਹੋ। ਮੈਂ ਬਹੁਤ ਵਾਰੀ ਕਈ ਵਾਰੀ ਗਿਆ ਵੀ ਹਾਂ, ਲੋਕਾਂ ਨੂੰ ਦੇਖਿਆ ਵੀ ਹੈ, ਪੇਸ਼ੈਂਟਸ ਨੂੰ ਦੇਖਿਆ ਵੀ ਹੈ, ਔਰ ਕਈ ਵਾਰੀ ਮੈਂ ਚਾਰਜ ਵੀ ਨਹੀਂ ਕੀਤੇ ਉਹਨਾਂ ਕੋਲੋਂ ਜਿਹੜੇ ਨੀਡੀ ਪੇਸ਼ੈਂਟਸ ਹੈਗੇ ਸੀਗੇ। ਸੋ ਇੱਕ ਇਹੋ ਜਿਹਾ ਪ੍ਰੋਫੈਸ਼ਨ ਹੈ ਜਿਹੜਾ ਡੈਡੀਕੇਟਿਡ ਹੈ ਟੂਵਰਡ ਸਰਵਿਸ ਆਫ ਮੈਨਕਾਈਂਡ। ਪਰ ਪਿਛਲੇ ਕੁਝ ਦਿਨਾਂ ਦੇ ਅੰਦਰ ਨੋ ਡਾਊਟ ਇਹਦੇ ਅੰਦਰ ਵੀ ਡਿਟੀਰੀਓਰੇਸ਼ਨ ਆਈ ਹੈ, ਕਾਫੀ ਹੋਰ ਪ੍ਰੋਫੈਸ਼ਨਸ ਦੇ ਅੰਦਰ ਜਿਸ ਤਰ੍ਹਾਂ ਬਾਕੀ ਡਿਟੀਰੀਓਰੇਟ ਕੀਤੇ ਨੇ, ਇਹ ਵੀ ਪਾਰਟ ਐਂਡ ਪਾਰਸਲ, ਜਿਵੇਂ ਕਾਰਪੋਰੇਟਸ ਦਾ ਇਹਦੇ ਵਿੱਚ ਹੈਲਥ ਕੇਅਰ ਸੈਕਟਰ ਦੇ ਵਿੱਚ ਆ ਜਾਣਾ। ਹੋਰ ਫੈਕਟਰਸ ਵੀ ਹੈਗੇ ਸੀਗੇ, ਜਿਸ ਤਰ੍ਹਾਂ ਡਾਕਟਰ ਦਾ ਇੱਕ ਡਾਕਟਰ ਪੇਸ਼ੈਂਟ ਰਿਲੇਸ਼ਨਸ਼ਿਪ ਖਤਮ ਹੋ ਕੇ ਇੱਕ ਡਾਕਟਰ ਕਲਾਇੰਟ ਰਿਲੇਸ਼ਨਸ਼ਿਪ ਬਣ ਜਾਣਾ। ਸੋ ਇਹ ਚੀਜ਼ਾਂ ਚੇਂਜਸ ਆਏ ਨੇ ਓਵਰ ਦ ਈਅਰਸ, ਲਾਸਟ 25 ਈਅਰਸ। ਜਦੋਂ ਮੈਂ ਜਦੋਂ ਜੁਆਇਨ ਕੀਤਾ ਸੀ 1999 ਦੇ ਅੰਦਰ, ਉੱਥੋਂ ਲੈ ਕੇ ਹੁਣ ਤੱਕ it's 21 years, 22 years now, and last 22 years has seen a lot of changes in healthcare sector. ਸ਼ੁਰੂਆਤੀ ਦਿਨਾਂ ਦੀ ਡਾਕਟਰ ਸਾਹਿਬ ਥੋੜੀ ਗੱਲ ਦੱਸੋ। ਮਤਲਬ ਜਦੋਂ ਮੈਂ ਇੱਕ ਜਰਨਲਿਸਟ ਬਣਨਾ ਚਾਹੁੰਦਾ ਸੀਗਾ, ਸਾਡੇ ਵਿਜ਼ਨ ਕੁਝ ਹੋਰ ਸੀਗਾ, ਜਦੋਂ ਆਪਾਂ ਉਸ ਦੇ ਵਿੱਚ ਆਏ ਰਿਐਲਿਟੀ ਕੁਝ ਹੋਰ ਸੀਗੀ। ਡਾਕਟਰੀ ਪੇਸ਼ੇ ਦੇ ਵਿੱਚ ਵੀ ਇਦਾਂ ਕੁਝ ਦੇਖਣ ਨੂੰ ਮਿਲਿਆ ਤੁਹਾਨੂੰ? ਸੁਖਪ੍ਰੀਤ ਜੀ, ਮੈਂ ਬਹੁਤ ਲੱਕੀ ਰਿਹਾ ਕਾਨੂੰ ਸਾਹਿਬ ਇਹਦੇ ਅੰਦਰ ਕਿ ਮੇਰੇ ਟੀਚਰਸ, ਮੇਰੇ ਗੁਰੂ ਜਿਹੜੇ ਸੀਗੇ, ਜਿਨ੍ਹਾਂ ਦੇ ਕਰਕੇ ਅੱਜ ਇਸ ਸਟੇਜ ਤੇ ਮੈਂ ਆਇਆ ਹੈਗਾ। ਆਈ ਹੈਵ ਬੀਨ ਵੈਰੀ ਲੱਕੀ, ਸੋ ਆਈ ਗॉट ਦ ਬੈਸਟ ਆਫ ਦ ਟੀਚਰਸ। ਸੋ ਉਹਨਾਂ ਨੇ ਜੋ ਉਸ ਟਾਈਮ ਤੇ ਚੀਜ਼ਾਂ ਸਿਖਾਈਆਂ, ਜੋ ਉਸ ਟਾਈਮ ਤੇ ਸਮਝ ਲਓ ਅਸੀਂ ਕੱਚੀ ਮਿੱਟੀ ਸੀਗੇ, ਅਸੀਂ ਸਟੂਡੈਂਟ ਸੀਗੇ, ਐਂਥੂਸੀਆਜ਼ਮ ਜ਼ਰੂਰ ਸੀਗਾ, ਨੌਲੇਜ ਨਹੀਂ ਸੀਗਾ। ਔਰ ਨੌਲੇਜ ਨਾਲੋਂ ਜ਼ਿਆਦਾ ਨੌਲੇਜ ਦੀ ਜਿਹੜੀ ਪ੍ਰੈਕਟੀਕਲ ਇੰਪਲੀਕੇਸ਼ਨਸ ਔਰ ਪ੍ਰੈਕਟੀਕਲ ਜਿਹੜੀ ਉਹਦੀ ਐਪਲੀਕੇਬਿਲਿਟੀ ਹੈਗੀ ਆ, ਉਹ ਨਹੀਂ ਸੀ ਹੈਗੀ। ਸੋ ਉਹ ਜਿਹੜਾ ਤਰਾਸ਼ਨਾ ਹੁੰਦਾ, ਉਹ ਤੁਹਾਡੇ ਸੀਨੀਅਰ ਡਾਕਟਰਸ ਤੁਹਾਨੂੰ ਤਰਾਸ਼ਦੇ ਨੇ, ਤੁਹਾਨੂੰ ਸਿਖਾਉਂਦੇ ਨੇ, ਤੁਹਾਡਾ ਹੱਥ ਪਕੜਦੇ ਨੇ, ਤੁਹਾਡੇ ਜਿਹੜੇ ਟੀਚਰਸ ਨੇ ਤੁਹਾਨੂੰ ਗਾਈਡੈਂਸ ਦਿੰਦੇ ਨੇ। ਸੋ ਇਸ ਮਾਮਲੇ 'ਚ ਮੈਂ ਬਹੁਤ ਲੱਕੀ ਰਿਹਾ ਕਿ ਸਟੇਜ ਤੇ ਜਿਹੜੀ ਸਟੇਜ ਤੇ ਮੈਂ ਗੁਜ਼ਰਦਾ ਗਿਆ, ਮੈਨੂੰ ਟੀਚਰਸ ਇਹੋ ਜਿਹੇ ਮਿਲਦੇ ਰਹੇ ਜਿਨ੍ਹਾਂ ਨੇ ਬਹੁਤ ਅੱਛੀ ਗਾਈਡੈਂਸ ਦਿੱਤੀ, ਔਰ ਆਪ ਉਹ ਖੁਦ ਆਈਡੀਅਲ ਸੀਗੇ ਆਪਣੀਆਂ ਲਾਈਫ ਦੇ ਅੰਦਰ ਔਰ ਆਪਣੀ ਡਾਕਟਰੀ ਪ੍ਰੋਫੈਸ਼ਨ ਦੇ ਅੰਦਰ। ਸੋ ਉਹੀ ਗੁਣ ਜਿਹੜੇ ਹੈਗੇ ਉਹ ਸਾਡੇ ਅੰਦਰ ਕਿਤੇ ਨਾ ਕਿਤੇ ਇਨਕਲਕੇਟ ਜਿਹੜੇ ਕੀਤੇ ਗਏ। ਮੇਰੇ ਪੇਰੈਂਟਸ ਦੋਵੇਂ ਉਹ ਵੀ ਟੀਚਰਸ ਨੇ। ਸੋ ਜੋ ਉਹਨਾਂ ਨੇ ਡੈਡੀਕੇਸ਼ਨ ਔਰ ਜੋ ਉਹਨਾਂ ਨੇ ਹਾਰਡ ਵਰਕ ਸਾਨੂੰ ਸਿਖਾਇਆ ਸੀਗਾ, ਤਾਂ ਉਹ ਕਿਤੇ ਨਾ ਕਿਤੇ ਅੱਜ ਵੀ ਮੇਰੇ ਅੰਦਰ ਉਹ ਚੀਜ਼ ਹੈਗੀ ਹੈ। ਸੋ ਕਰ ਰਹੇ ਹਾਂ, ਪਰ ਜਨਰੇਸ਼ਨ ਦੇ ਨਾਲ ਚੀਜ਼ਾਂ ਚੇਂਜ ਹੋ ਰਹੀਆਂ ਨੇ, ਪ੍ਰੋਫੈਸ਼ਨਲਿਜ਼ਮ ਥੋੜਾ ਜ਼ਿਆਦਾ ਆ ਰਿਹਾ ਹੈਗਾ। ਜਦੋਂ ਡਾਕਟਰ ਸਾਹਿਬ ਜਿਹੜੀ ਓਥ ਆਪਾਂ ਸ਼ੁਰੂ ਦੇ ਵਿੱਚ ਜਦੋਂ ਪ੍ਰੋਫੈਸ਼ਨ ਨੂੰ ਜੁਆਇਨ ਕੀਤਾ ਉਦੋਂ ਲਈ ਆ, ਕੀ ਲੱਗਦਾ ਡਾਕਟਰਸ ਜਿਹੜੀ ਕਮਿਊਨਿਟੀ ਹੈ ਕਿੰਨਾ ਕੁ ਟਾਈਮ ਉਸ ਨੂੰ ਆਪਣੇ ਮਨ ਦੇ ਵਿੱਚ ਰੱਖਦੇ ਨੇ ਔਰ ਪੂਰੀ ਤਨਦੇਹੀ ਦੇ ਨਾਲ ਜਿਹੜੇ ਕੰਮ ਕਰ ਰਹੇ ਨੇ? ਔਰ ਸਾਹਮਣੇ ਵੀ ਬਹੁਤ ਜ਼ਿਆਦਾ ਆਏ ਨੇ ਪੈਂਡੈਮਿਕ ਦੇ ਦੌਰਾਨ, ਜਿਹੜੇ ਫਰੰਟ ਲਾਈਨ ਵਾਰੀਅਰਸ ਉਹਨਾਂ ਨੇ ਬੜੀ ਤਨਦੇਹੀ ਦੇ ਨਾਲ ਆਪਣੀ ਜੌਬ ਨੂੰ ਨਿਭਾਇਆ। ਜਿਹੜੀ ਓਥ ਹੈ ਉਸ ਦਾ ਅਸਰ ਪੂਰੀ ਜ਼ਿੰਦਗੀ ਰਹਿਣਾ ਚਾਹੀਦਾ ਹੈ ਤੁਹਾਡੇ ਅੰਦਰ, ਉਹ ਚੀਜ਼ ਰਹਿਣੀ ਚਾਹੀਦੀ ਹੈ। ਇਹਦੇ ਲਈ ਵੀ ਕੋਈ ਪ੍ਰੈਕਟਿਸ ਕਰਦੇ ਹੋ? ਕਾਨੂੰ ਸਾਹਿਬ, ਇਹਦੇ ਅੰਦਰ ਇਹ ਹੈਗਾ ਕਿ ਉਹ ਜਿਹੜੀ ਹਿਪੋਕ੍ਰੇਟਿਕ ਓਥ ਅਸੀਂ ਲੈਂਦੇ ਹਾਂ, ਦੈਟ ਓਥ ਸਾਨੂੰ ਉਸ ਟਾਈਮ ਤੇ ਸਾਨੂੰ ਉਹ ਜਜ਼ਬਾ ਦਿੰਦੀ ਹੈ ਕਿ ਅਸੀਂ ਲੋਕਾਂ ਦੀ ਸੇਵਾ ਵਾਸਤੇ ਔਰ ਪੇਸ਼ੈਂਟ ਦਾ ਔਰ ਜਿਹੜਾ ਮੈਂ ਮਰੀਜ਼ ਦੇਖ ਰਿਹਾ ਉਹਦੇ ਹਿੱਤ ਵਿੱਚ ਸਭ ਕੁਝ ਸੋਚਾਂ। ਔਰ ਇਹ ਜੇ ਮੈਂ ਗੱਲ ਕਹਾਂ ਕਿ ਹਾਂ ਵੀ ਵਿੱਚੋਂ ਅਗਰ 99% ਲੋਕ ਆਪਣੀ ਹਿਪੋਕ੍ਰੇਟਿਕ ਓਥ ਨੂੰ ਫੋਲੋ ਕਰਦੇ ਨੇ ਔਰ 99% ਡਾਕਟਰਸ ਕਰਦੇ ਨੇ ਫੋਲੋ,
ਅਗਰ ਵਿੱਚੋਂ ਇੱਕ ਆਧ ਪਰਸੈਂਟ ਜਿਹੜੇ ਹੈਗੇ ਨੇ ਉਹ ਸੇ ਥੋੜੇ ਚੇਂਜ ਹੋ ਜਾਂਦੇ ਨੇ, ਤਾਂ ਉਹਦੇ ਲਈ ਅਸੀਂ 99% ਲੋਕਾਂ ਨੂੰ ਜ਼ਿੰਮੇਦਾਰ ਨਹੀਂ ਠਹਿਰਾ ਸਕਦੇ ਔਰ ਨਾ ਹੀ ਉਹਨਾਂ ਨੂੰ ਕ੍ਰਿਟਿਸਾਈਜ਼ ਕਰ ਸਕਦੇ ਹਾਂ। ਅਗਰ ਅਸੀਂ ਦੇਖੋ ਤੁਸੀਂ ਕਿਸੇ ਡਾਕਟਰ ਨੂੰ ਕਾਲ ਕਰੋ, ਕਿਸੇ ਡਾਕਟਰ ਦਾ ਤੁਹਾਡੇ ਕੋਲ ਨੰਬਰ ਹੈ, ਉਹ ਡਾਕਟਰ ਕਦੀ ਤੁਹਾਨੂੰ ਮਨਾ ਨਹੀਂ ਕਰੇਗਾ ਕਿ ਮੈਂ ਨਹੀਂ ਤੁਹਾਨੂੰ ਦੇਖਣਾ ਚਾਹੁੰਦਾ। ਮੇਰੇ ਪਰਸਨਲ ਨੰਬਰਸ ਮੇਰੀਆਂ ਫਾਈਲਸ ਦੇ ਉੱਪਰ ਹੈਗੇ, ਜਸਟ ਇਨ ਕੇਸ ਆਫ ਐਮਰਜੈਂਸੀ ਐਨੀ ਆਫ ਮਾਈ ਪੇਸ਼ੈਂਟਸ ਹੂ ਇਜ਼ ਇਨ ਨੀਡ ਕੈਨ ਕਾਲ ਮੀ ਅਪ ਐਨੀ ਟਾਈਮ, 24/7 ਦੇ ਪੇਸ਼ੈਂਟ ਕੈਨ ਕਾਲ ਮੀ ਅਪ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਅਸੀਂ ਜਿਵੇਂ ਫ੍ਰੀ ਕੈਂਪਸ ਕਰਦੇ ਹਾਂ, ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ, ਖਾਸ ਕਰ ਨਿਊਰੋਸਾਈਕੈਟ੍ਰਿਕ ਡਿਸਆਰਡਰਸ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਔਰ ਕਿੰਨੇ ਸਾਲਾਂ ਤੋਂ ਕਰ ਰਹੇ ਹਾਂ, 15 ਸਾਲ ਮੈਨੂੰ ਪ੍ਰੈਕਟਿਸ ਦੇ ਅੰਦਰ ਹੁਣ ਹੋ ਚੱਲੇ ਨੇ। 15 ਸਾਲਾਂ ਤੋਂ ਮੈਂ ਇਹ ਚੀਜ਼ ਕਰ ਰਿਹਾ ਕਿ ਲੋਕਾਂ ਨੂੰ ਜਾਗਰੂਕ ਕਰ ਰਿਹਾ, ਲੋਕਾਂ ਨੂੰ ਝਾੜੇ ਫੂਕਿਆਂ ਤੋਂ ਗਾਈਡ ਕਰ ਰਿਹਾ ਕਿ ਝਾੜੇ ਫੂਕਿਆਂ ਤੋਂ ਨਿਕਲ ਕੇ ਇਹਨਾਂ ਚੀਜ਼ਾਂ ਦਾ ਆਪਾਂ ਟ੍ਰੀਟਮੈਂਟ ਕਰੀਏ, ਸਾਈਕੈਟ੍ਰਿਕ ਡਿਸਆਰਡਰਸ ਦਾ ਅਸੀਂ ਇਲਾਜ ਕਰਨਾ ਹੈਗਾ। ਸੋ ਜੇ ਅਸੀਂ ਇਹ ਚੀਜ਼ਾਂ ਕਰ ਰਹੇ ਹਾਂ ਤਾਂ ਇਸੇ ਕਰਕੇ ਕਰ ਰਹੇ ਹਾਂ ਕਿ ਅਸੀਂ ਇੱਕ ਓਥ ਲਿੱਤੀ ਹੈ ਕਿ ਅਸੀਂ ਸੇਵਾ, ਸਮਾਜ ਸੇਵਾ ਦੇ ਲਈ ਔਰ ਪੇਸ਼ੈਂਟ ਦੇ ਹਿੱਤ ਵਿੱਚ ਜੋ ਵੀ ਕਰਨਾ ਹੈਗਾ ਉਸ ਨੂੰ ਪ੍ਰਾਇਮਰੀ ਇੰਪੋਰਟੈਂਸ ਦੇਣੀ ਹੈ, ਈਵਨ ਆਪਣੀ ਹੈਲਥ ਤੋਂ ਉੱਪਰ ਪ੍ਰਾਇਮਰੀ ਇੰਪੋਰਟੈਂਸ ਦੇਣੀ ਹੈ। ਹੁਣ ਕਰੋਨਾ ਟਾਈਮਸ ਦੇ ਅੰਦਰ ਤੁਸੀਂ ਦੇਖੋ ਕਿ ਜਦੋਂ ਬਹੁਤ ਜ਼ਿਆਦਾ ਫੀਅਰ ਫੈਕਟਰ ਸੀਗਾ, ਬਹੁਤ ਜ਼ਿਆਦਾ ਲੋਕਾਂ 'ਚ ਡਰ ਸੀਗਾ, ਮੈਂ ਇੱਕ ਦਿਨ ਵੀ ਆਪਣੀ ਓਪੀਡੀ ਬੰਦ ਨਹੀਂ ਕੀਤੀ। ਇੱਕ ਵੀ ਦਿਨ ਐਸਾ ਨਹੀਂ ਆਇਆ ਜਦੋਂ ਮੈਂ ਜਾ ਕੇ ਕਿਸੇ ਨੂੰ ਐਮਰਜੈਂਸੀ ਪਈ ਤੇ ਮੈਂ ਉਹਨਾਂ ਨੂੰ ਅਟੈਂਡ ਨਾ ਕੀਤਾ ਹੋਵੇ। ਕਿੰਨਿਆਂ ਨੂੰ ਲੋੜ ਪਈ, ਕਿੰਨੇ ਮੇਰੇ ਆਈਸੀਯੂ 'ਚ ਦਾਖਲ ਹੋਏ ਪੇਸ਼ੈਂਟਸ, ਕਿੰਨੇ ਹਸਪੀਟਲਾਈਜ਼ ਹੋਏ ਮੇਰੇ ਅੰਡਰ। ਫਿਰ ਵੀ ਦੇਖੋ ਮੇਰੀ ਫੈਮਿਲੀ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਸਫਰ ਕੀਤੀ। ਮੇਰੇ ਬੱਚੇ ਅੱਜ ਤੁਸੀਂ ਦੇਖ ਲਓ, ਇਟਸ ਆਲਮੋਸਟ 3.5 months ਨਾਓ ਮੈਂ ਆਪਣੇ ਬੱਚਿਆਂ ਨੂੰ ਅੱਛੇ ਤਰੀਕੇ ਨਹੀਂ ਮਿਲ ਪਾ ਰਿਹਾ, ਕਿਉਂਕਿ ਮੈਨੂੰ ਇਹ ਫੀਅਰ ਰਹਿੰਦਾ ਕਿ ਕਿਤੇ ਮੈਂ ਇਨਫੈਕਟ ਹੋਵਾਂ ਤੇ ਮੈਂ ਉਹਨਾਂ ਨੂੰ ਨਾ ਕਿਤੇ ਇਨਫੈਕਟ ਕਰ ਦਵਾਂ, ਕਿਉਂਕਿ ਮੈਂ ਹਸਪੀਟਲ ਦੇ ਵਿੱਚੋਂ ਦੀ ਜਾਂਦਾ। ਮੈਂ ਆਈ ਟੇਕ ਕੇਅਰ ਕਿ ਆਈ ਸੈਨੀਟਾਈਜ਼ ਮਾਈ ਸੈਲਫ, ਆਈ ਟੇਕ ਬਾਥ ਬਿਫੋਰ ਆਈ ਈਵਨ ਮੀਟ ਮਾਈ ਚਿਲਡਰਨ। ਔਰ ਕਈ ਵਾਰੀ ਲੇਟ ਵੀ ਬਹੁਤ ਹੋ ਜਾਂਦਾ ਇਸ ਦੇ ਕਰਕੇ ਕਿ ਆਪਣਾ ਮੇਰਾ ਸ਼ਡਿਊਲ ਲੇਟ ਹੋ ਜਾਂਦਾ। ਤੁਸੀਂ ਮਹਿਸੂਸ ਕਰਦੇ ਹੋ ਜਦੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਸੀਗੀ ਉਦੋਂ ਕੇਸਿਸ ਐਵਰੀਡੇ ਜਿਹੜੇ ਉਹ ਇੰਨੇ ਜ਼ਿਆਦਾ ਨਹੀਂ ਸੀ ਵੱਧ ਰਹੇ ਜ਼ਿਲ੍ਹਾ ਪੱਧਰ ਦੇ ਉੱਤੇ ਜਾਂ ਸੂਬਾ ਪੱਧਰ ਦੇ ਉੱਤੇ ਇੰਡੀਆ ਦੇ ਵਿੱਚ, ਪਰ ਉਦੋਂ ਜਿਹੜਾ ਸੀਗਾ ਪ੍ਰੀਕਾਸ਼ਨਸ ਬਹੁਤ ਜ਼ਿਆਦਾ ਲਈਆਂ ਜਾ ਰਹੀਆਂ ਸੀਗੀਆਂ ਲੋਕਾਂ ਵੱਲੋਂ। ਹੁਣ ਐਵਰੀਡੇ ਨੰਬਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ, ਪਰ ਪ੍ਰੀਕਾਸ਼ਨਸ ਦੇ ਨਾਮ ਦੇ ਉੱਤੇ ਲੋਕੀ ਥੋੜੇ ਲੀਨੀਅੰਟ ਹੋ ਕੇ ਲੱਗਦੇ ਮੈਨੂੰ। ਤੁਹਾਨੂੰ ਕੀ ਲੱਗਦਾ? ਦੇਖੋ ਜਿਹੜੀਆਂ, ਕਿਉਂਕਿ ਇਹ ਬਿਮਾਰੀ ਇਹੋ ਜਿਹੀ ਬਿਮਾਰੀ ਸੀ ਜਿਹਦੇ ਬਾਰੇ ਕੁਝ ਪਤਾ ਨਹੀਂ ਸੀ ਲੋਕਾਂ ਨੂੰ। So big fears were introduced into the society. Some were done by the external media, ਜਿਹੜੇ ਬਾਹਰੋਂ ਉਹ ਵੀਡੀਓਜ਼ ਵਗੈਰਾ ਆਉਂਦੀਆਂ ਸੀਗੀਆਂ, ਵਾਇਰਲ ਹੁੰਦੀਆਂ ਸੀਗੀਆਂ ਕਿ ਜੀ ਡੈਥ ਰੇਟ ਬਹੁਤ ਹਾਈ ਹੈ। ਸੋ ਅੱਜ ਕਰੰਟ ਜੋ ICMR ਔਰ WHO ਦੀਆਂ ਗਾਈਡਲਾਈਨਸ ਨੇ ਕਿ ਅਗਰ ਹੋਮ ਕੁਆਰੰਟੀਨ ਕਿਸੇ ਨੂੰ ਕਰਨਾ ਤਾਂ ਉਹ ਹੋ ਸਕਦਾ ਹੈਗਾ। ਪਹਿਲਾਂ ਆਪਾਂ ਵੀਡੀਓਜ਼ ਦੇਖੀਆਂ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਘਰੋਂ ਬੜੀ ਬੁਰੀ ਤਰੀਕੇ ਦੇ ਨਾਲ ਲੋਕਾਂ ਨੂੰ ਚੁੱਕ ਕੇ ਵੀ ਲਿਆਂਦਾ ਗਿਆ। ਸੋ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਚੀਜ਼ਾਂ ਨੇ ਫੀਅਰ ਪਾਤਾ ਲੋਕਾਂ ਦੇ ਅੰਦਰ। ਨੋ ਡਾਊਟ ਪ੍ਰੀਕਾਸ਼ਨਸ ਜ਼ਰੂਰੀ ਨੇ, ਮਾਸਕ ਲਗਾਉਣਾ ਜ਼ਰੂਰੀ ਹੈ ਐਂਡ ਇਟ ਹੈਜ਼ ਬੀਨ ਮੇਡ ਮੈਂਡੇਟਰੀ ਬਾਈ ਦੀ ਗਵਰਨਮੈਂਟ। ਸੋ ਇਹ ਚੀਜ਼ਾਂ ਕਰਨੀਆਂ, ਸੋਸ਼ਲ ਡਿਸਟੈਂਸਿੰਗ ਜਿਹੜਾ ਹੈਗਾ, ਜਿਹੜਾ ਇੱਕ ਡਿਸਟੈਂਸ ਮੇਨਟੇਨ, 2 ਗਜ ਕੀ ਦੂਰੀ ਜਿਹਨੂੰ ਕਹਿੰਦੇ ਆ, ਡਿਸਟੈਂਸ ਮੇਨਟੇਨ ਕਰਕੇ ਰੱਖਣਾ। ਪ੍ਰੀਕਾਸ਼ਨਸ ਅਸੀਂ ਜਿਸ ਤਰ੍ਹਾਂ ਹੁਣ ਹਸਪੀਟਲ ਰਨ ਕਰ ਰਹੇ ਹਾਂ, ਅਸੀਂ ਇੱਥੇ ਇੱਕ ਜਿਹੜਾ ਗਵਰਨਮੈਂਟ ਵੱਲੋਂ ਨੋਟੀਫਾਈਡ ਜਿਹੜਾ ਮੋਲੀਕਿਊਲ ਹੈਗਾ ਜਿਹਦੇ ਨਾਲ ਅਸੀਂ ਸਪਰੇਜ਼ ਕਰ ਸਕਦੇ ਹਾਂ, ਅਸੀਂ ਦਿਨ 'ਚ 5 ਵਾਰੀ ਸਪਰੇ ਕਰਾ ਰਹੇ ਹਾਂ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖ ਰਹੇ ਹਾਂ। ਵੀ ਆਰ ਟੇਕਿੰਗ ਕੇਅਰ ਕਿ ਕੋਈ ਜਿਹੜਾ ਪੇਸ਼ੈਂਟ ਹੈਗਾ ਉਹ ਬਿਨਾਂ ਅਪਾਇੰਟਮੈਂਟ ਦੇ ਨਾ ਆਵੇ। ਅਪਾਇੰਟਮੈਂਟ ਲੈ ਕੇ ਟਾਈਮ ਦੇ ਕੇ ਉਹਨਾਂ ਨੂੰ ਬੁਲਾ ਰਹੇ ਹਾਂ ਤਾਂ ਕਿ ਉਹਨਾਂ ਦੀ ਡਿਸਟੈਂਸਿੰਗ ਔਰ ਬਾਕੀ ਚੀਜ਼ਾਂ ਮੇਨਟੇਨ ਕੀਤੀਆਂ ਜਾ ਸਕਣ। ਪ੍ਰੀਕਾਸ਼ਨਸ ਲੋਕਾਂ ਨੂੰ ਵੀ ਲੈਣੀਆਂ ਚਾਹੀਦੀਆਂ ਨੇ। ਪਰ ਕਿੰਨੀ ਕੁ ਟਫ ਡਿਊਟੀ ਡਾਕਟਰ ਸਾਹਿਬ ਇਸ ਟਾਈਮ ਤੁਹਾਨੂੰ ਫੇਸ ਕਰਨੀ ਪੈ? ਨਾਰਮਲੀ ਮਤਲਬ ਕਿ ਜਦੋਂ ਤੁਹਾਡੀ ਐਮਰਜੈਂਸੀ ਉਦੋਂ ਤੇ ਆਬਵੀਅਸਲੀ ਤੁਸੀਂ ਡਿਊਟੀ ਕਰਦੇ ਹੀ ਹੋ। ਰਾਈਟ ਨਾਓ ਜੇ ਇਹਨਾਂ ਦਿਨਾਂ ਦੀ ਗੱਲ ਕਰੀਏ ਤੇ ਕਿੰਨੀ ਕੁ ਟਫ ਡਿਊਟੀ ਹੋਈ ਹੈ ਨਾਰਮਲ ਡੇਜ਼ ਦੇ ਮੁਤਾਬਿਕ? ਇਸ ਤਰ੍ਹਾਂ ਹੈ ਕਿ ਇਹਦੇ ਅੰਦਰ ਡਿਊਟੀ ਇਸ ਕਰਕੇ ਟਾਈਮ ਡਿਊਰੇਸ਼ਨਸ ਵੀ ਵੱਧ ਗਿਆ ਕਿਉਂਕਿ ਇੱਕ ਪੇਸ਼ੈਂਟ ਤੋਂ ਬਾਅਦ ਦੂਸਰੇ ਪੇਸ਼ੈਂਟ ਨੂੰ ਗੈਪ ਦੇ ਕੇ ਚੱਲਣਾ ਪੈਂਦਾ। ਸੋ ਉਹ ਚੀਜ਼ਾਂ ਅਸੀਂ ਨਹੀਂ ਕਰ ਪਾਵਾਂਗੇ ਕਿ ਇੱਕ ਪੇਸ਼ੈਂਟ ਨੂੰ ਇਕੱਠੇ ਦੇਖ ਲਈਏ। ਦੈਟ ਇਜ਼ ਨਾਟ ਪੋਸੀਬਲ ਥੀਸ ਡੇਜ਼। ਸੋ ਦੈਟ ਇਜ਼ ਵੀ ਆਰ ਸੀਇੰਗ ਲੈਸ ਨੰਬਰ ਆਫ ਕੇਸਿਸ ਬਟ ਵੀ ਆਰ ਸਪੈਂਡਿੰਗ ਮੋਰ ਟਾਈਮ ਨਾਓ। ਕਿੰਨੇ ਆਵਰਸ ਐਵਰੀਡੇ ਹੋ ਜਾਂਦੇ? ਕਿੰਨੇ ਆਵਰਸ ਐਵਰੀਡੇ ਹੋ ਜਾਂਦੇ ਨੇ? ਸੀ ਕਰੰਟਲੀ ਮੈਨੂੰ ਕਰੀਬਨ 14 ਘੰਟੇ ਵੀ ਕਿਸੇ ਦਿਨ ਲੱਗ ਜਾਂਦੇ ਨੇ, ਕਿਸੇ ਦਿਨ 16 ਘੰਟੇ ਵੀ ਲੱਗ ਜਾਂਦੇ ਨੇ। ਹੁਣ ਕੱਲ ਰਾਤੀ ਮੈਂ 1:30 ਵਜੇ ਦੇ ਅਰਾਊਂਡ ਫ੍ਰੀ ਹੋਇਆ। ਫੈਮਿਲੀ ਦੇ ਵੱਲੋਂ ਕੋਈ ਰਹਿੰਦਾ ਹੈ ਕਿ ਤੁਸੀਂ ਲੇਟ ਆ ਰਹੇ ਹੋ ਔਰ ਜਿੰਨਾ ਟਾਈਮ ਸਾਡੇ ਨਾਲ ਪਹਿਲਾਂ ਸਪੈਂਡ ਕਰਦੇ ਸੀ ਅੱਜ ਕੱਲ ਨਹੀਂ ਕਰ ਪਾ ਰਹੇ ਹੋ, ਅਗਲੇ ਸ਼ਿਕਵੇ ਬੱਚਿਆਂ ਦੇ ਵੱਲੋਂ? ਦੇਖੋ ਬੱਚੇ ਹੁਣ ਕੀ ਹੈਗਾ ਕਿ ਸਕੂਲਸ ਬੰਦ ਨੇ ਤੇ ਬੱਚੇ ਮੋਸਟ ਆਫ ਦਾ ਟਾਈਮਸ ਘਰ ਹੀ ਹੈਗੇ ਨੇ।
ਤੇ ਹੁਣ ਛੁੱਟੀਆਂ ਵੀ ਨੇ, ਉਹ ਪਹਿਲਾਂ ਤੇ ਆਨਲਾਈਨ ਟੀਚਿੰਗ ਹੋ ਰਹੀ ਸੀ, ਹੁਣ ਤਾਂ ਉਹ ਚੀਜ਼ ਨਹੀਂ ਹੋ ਪਾ ਰਹੀ। ਪਰ ਇਹ ਹੈਗਾ ਕਿ ਬੱਚਿਆਂ ਨੂੰ ਡੈਫੀਨੇਟਲੀ ਰਹਿੰਦਾ ਕਿ ਪਾਪਾ ਘੁਮਾਉਣ ਨਹੀਂ ਲੈ ਕੇ ਜਾ ਰਹੇ, ਪਾਪਾ ਕਿਤੇ ਕਿਤੇ ਲੈ ਕੇ ਨਹੀਂ ਜਾ ਰਹੇ, ਘੁਮਾਣਾ ਫਿਰਾਇਆ ਨਹੀਂ ਛੁੱਟੀਆਂ ਦੇ ਅੰਦਰ, ਕੁਝ ਇਸ ਤਰ੍ਹਾਂ ਨਹੀਂ ਹੈ। ਬਟ ਦੈਟ ਇਜ਼ ਅ ਪਾਰਟ ਐਂਡ ਪਾਰਸਲ ਆਫ ਦੀ ਹੋਲ ਲਾਈਫ। ਅਗਰ ਅੱਜ ਦੀ ਦੌਰ 'ਚ ਮੈਂ ਗੱਲ ਕਰਾਂ ਤੇ ਅੱਜ ਇੱਕ ਇਹੋ ਜਿਹਾ ਟਾਈਮ ਆਇਆ ਜਦੋਂ ਕਿ ਸਾਨੂੰ ਇੰਟਰਨਲ ਆਰਮੀ ਦੀ ਤਰ੍ਹਾਂ ਖੜਨਾ ਪੈ ਰਿਹਾ ਹੈ, ਤਾਂ ਅਸੀਂ ਖੜਾਂਗੇ। ਅੱਜ ਜ਼ਰੂਰਤ ਹੈ ਦੇਸ਼ ਨੂੰ, ਸਾਨੂੰ ਕਿ ਸਾਡੇ ਮੇਰੇ ਵਰਗੇ ਹੋਰ ਬਹੁਤ ਸਾਰੇ ਡਾਕਟਰਸ ਔਰ ਫਰੰਟਲਾਈਨ ਵਾਰੀਅਰਸ ਜਿਹੜੇ ਹੈਗੇ ਉਹ ਖੜਨ ਸਮਾਜ ਵਾਸਤੇ। ਸੋ ਅੱਜ ਅਸੀਂ ਖੜਾਂਗੇ। ਇਹ ਟਾਈਮ ਜਾਏਗਾ, ਅੱਛਾ ਟਾਈਮ ਫਿਰ ਵਾਪਸ ਆਏਗਾ ਔਰ ਫਿਰ ਦੁਬਾਰਾ ਅਸੀਂ ਇੰਜੋਏ ਕਰਾਂਗੇ ਲਾਈਫ ਨੂੰ। ਪਰ ਇਹ ਟਾਈਮ ਨੂੰ ਅਸੀਂ ਰਲ ਕੇ ਸਾਰੇ ਜਣਿਆਂ ਨੇ ਇਕੱਠੇ ਰਲ ਕੇ ਅਸੀਂ ਇਹਨਾਂ ਨੂੰ ਸਪੈਂਡ ਵੀ ਕਰਨਾ ਔਰ ਇਸ ਟਾਈਮ ਨੂੰ ਅੱਛੇ ਤਰੀਕੇ ਦੇ ਨਾਲ ਲੋਕਾਂ ਦੇ ਫਾਇਦੇ ਵਾਸਤੇ ਵੀ ਯੂਟਿਲਾਈਜ਼ ਕਰਨਾ ਹੈ। ਡਾਕਟਰ ਸਾਹਿਬ, ਬੀਇੰਗ ਅ ਸਾਈਕੈਟ੍ਰਿਸਟ, ਤੁਸੀਂ ਪੈਂਡੈਮਿਕ ਦੇ ਦੌਰਾਨ ਕੀ ਚੇਂਜ ਆਮ ਲੋਕਾਂ ਦੇ ਬਿਹੇਵੀਅਰ ਦੇ ਵਿੱਚ ਦੇਖ ਰਹੇ ਹੋ? ਤੁਸੀਂ ਪੇਸ਼ੈਂਟਸ ਵੀ ਦੇਖ ਰਹੇ ਹੋ, ਔਰ ਕੀ ਸੁਜੈਸ਼ਨ ਉਹਨਾਂ ਨੂੰ ਤੁਸੀਂ ਇਸ ਟਾਈਮ ਦੇਣਾ ਚਾਹੋਗੇ ਤਾਂ ਜੋ ਕਿ ਉਹ ਸਟੇਬਿਲਿਟੀ ਬਣੀ ਰਹੇ? ਕਾਲੋਂ ਸਾਹਿਬ, ਇਸ ਤਰ੍ਹਾਂ ਹੈ ਕਿ ਹੁਣੇ ਕਿਉਂਕਿ ਇਹਦੇ ਕਰਕੇ ਬਿਜ਼ਨਸ ਬਹੁਤ ਖਰਾਬ ਹੋਏ ਨੇ। ਅਗਰ ਆਪਾਂ ਇਹਦਾ ਫਾਈਨੈਂਸ਼ੀਅਲ ਔਰ ਮੋਨਿਟਰੀ ਐਸਪੈਕਟ ਧਿਆਨ 'ਚ ਰੱਖੀਏ ਤਾਂ ਉਹਦੇ ਅੰਦਰ ਕੀ ਹੈਗਾ ਕਿ ਬਿਜ਼ਨਸ ਜਿਹੜੇ ਨੇ, ਕੁਝ ਬਿਜ਼ਨਸ ਬਿਲਕੁਲ ਹੀ ਨਹੀਂ ਚੱਲ ਰਹੇ, ਕੁਝ ਬਿਜ਼ਨਸ ਬਹੁਤ ਘੱਟ ਚੱਲ ਰਹੇ ਨੇ, ਇੰਨਾ ਕਿ ਆਪਣਾ ਖਰਚਾ ਤੱਕ ਨਹੀਂ ਪੂਰਾ ਕਰ ਪਾ ਰਹੇ। ਲੋਕਾਂ ਨੂੰ ਜਿਹੜੇ ਡੇਲੀ ਵੇਜਸ ਹੈਗੇ ਸੀਗੇ, ਫੈਕਟਰੀ ਵਰਕਰ ਸੀਗੇ, ਉਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਆ ਰਹੀਆਂ ਨੇ ਇਸ ਟਾਈਮ ਤੇ। ਸੋ ਉਹਨਾਂ ਲੋਕਾਂ ਦੇ ਅੰਦਰ ਡਿਪਰੈਸ਼ਨ, ਐਂਗਜ਼ਾਇਟੀ, ਬਿਜ਼ਨਸ ਤਬਕਾ ਹੈ, ਸੈਲਰੀਡ ਤਬਕਾ ਹੈ, ਇਹ ਸਾਰੇ ਲੋਕ ਜਿਹੜੇ ਹੈਗੇ ਨੇ, ਮਿਡਲ ਕਲਾਸ ਫੈਮਲੀਜ਼ ਵਾਲੇ ਜਿਹੜੇ ਲੋਕ ਹੈਗੇ ਨੇ, ਜਿਨ੍ਹਾਂ ਕੋਲ ਰਿਜ਼ਰਵਸ ਨਹੀਂ ਹੈਗੇ ਸੀਗੇ, ਜਾਂ ਲੋਅਰ ਸੋਸ਼ੋ ਇਕਨੋਮਿਕ ਸਟੇਟਾ ਵਾਲੇ ਲੋਕ ਨੇ ਜਿਨ੍ਹਾਂ ਤੱਕ ਸਪੋਰਟ ਨਹੀਂ ਪਹੁੰਚ ਪਾਈ। ਸੋ ਉਹਨਾਂ ਲੋਕਾਂ ਦੇ ਅੰਦਰ ਡਿਪਰੈਸ਼ਨ, ਐਂਗਜ਼ਾਇਟੀ, ਇਹ ਚੀਜ਼ਾਂ ਵਧਣਗੀਆਂ। ਆਉਣ ਵਾਲੇ ਟਾਈਮ ਦੇ ਅੰਦਰ ਆਪਾਂ ਦੇਖਾਂਗੇ ਕਿ ਉਹਨਾਂ ਲੋਕਾਂ ਦੇ ਵਿੱਚ ਜਿਹੜੀਆਂ ਸਾਈਕੈਟ੍ਰਿਕ ਡਿਸਆਰਡਰਸ ਨੇ ਉਹ ਇਨਕਰੀਜ਼ ਹੋਣਗੇ। ਕੁਝ ਤਾਂ ਪੇਸ਼ੈਂਟਸ ਹੁਣ ਵੀ ਪ੍ਰੈਜ਼ੈਂਟ ਕਰ ਰਹੇ ਨੇ ਸਾਡੇ ਕੋਲ। ਹੁਣ ਇਹੋ ਜਿਹੇ ਕੇਸਿਸ ਬਹੁਤ ਆ ਰਹੇ ਨੇ ਜਿਹੜੇ ਕੁਝ ਕਰੋਨਾ ਦੇ ਫੀਅਰ ਨੂੰ ਲੈ ਕੇ ਹੈਗੇ ਨੇ, ਉਹਨਾਂ 'ਚ ਐਂਗਜ਼ਾਇਟੀ, ਪੈਨਿਕ ਅਟੈਕਸ, ਇਹ ਚੀਜ਼ਾਂ ਆ ਰਹੀਆਂ ਨੇ। ਜਿਵੇਂ ਤੁਸੀਂ ਹੁਣੇ ਇੱਕ ਬੱਚਾ ਦੇਖਿਆ ਸੀਗਾ ਜਿਹੜਾ ਵੀਲ ਚੇਅਰ 'ਤੇ ਆਇਆ, ਉਹ ਵੀ ਪੈਨਿਕ ਬਹੁਤ ਜ਼ਿਆਦਾ ਉਸ ਨੂੰ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪ੍ਰੈਜ਼ੈਂਟ ਕਰਨੀਆਂ ਸ਼ੁਰੂ ਹੋ ਗਈਆਂ ਨੇ। ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ, ਇਹਨਾਂ ਨੂੰ ਧਿਆਨ 'ਚ ਰੱਖ ਕੇ ਉਹਨਾਂ ਪੇਸ਼ੈਂਟਸ ਨੂੰ ਗਾਈਡੈਂਸ ਦੇਣੀ ਹੈ, ਸਮਝਾਉਣਾ ਹੈ ਕਿ ਕਰੋਨਾ ਦਾ ਜਿਹੜਾ ਫੀਅਰ ਹੈਗਾ ਹੈ, ਇਹ ਫੀਅਰ ਨੂੰ ਆਪਾਂ ਨਿਕਾਲਣਾ ਹੈ ਲੋਕਾਂ ਦੇ ਦਿਲਾਂ ਦੇ ਵਿੱਚੋਂ ਦੀ। ਪ੍ਰੀਕਾਸ਼ਨਸ ਦੇ ਨਾਲ ਅਸੀਂ ਇਸ ਇਲਨੈਸ ਨੂੰ ਪ੍ਰੀਵੈਂਟ ਕਰ ਸਕਦੇ ਹਾਂ। ਔਰ ਇਹ ਇਲਨੈਸ ਇਤਨੀ ਡੈਡਲੀ ਨਹੀਂ ਹੈ। ਜਿਹੜੇ ਅਸੀਂ ਹੁਣੇ ਕੇਸਿਸ ਦੇਖੇ, ਜਿਹੜੀਆਂ ਹੁਣੇ ਰੀਸੈਂਟ ICMR ਦਾ ਸਰਵੇ ਦੇ ਰਿਜ਼ਲਟਸ ਆਏ ਨੇ, ਉਹਦੇ ਅੰਦਰ ਆਪਾਂ ਇਹ ਦੇਖਿਆ ਹੈਗਾ ਕਿ ਜਿਹੜੀ ਇਹਦੀ ਡੈਥ ਰੇਸ਼ੋ ਹੈਗੀ ਹੈ ਉਹ ਕਾਫੀ ਘੱਟ ਹੈ, ਬਾਕੀ ਦੇਸ਼ਾਂ ਦੇ ਨਾਲੋਂ ਕਾਫੀ ਜ਼ਿਆਦਾ ਘੱਟ ਇੰਡੀਆ ਦੇ ਅੰਦਰ ਹੈਗੀ ਹੈ। ਸੋ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ, ਪਰ ਪ੍ਰੀਕਾਸ਼ਨਸ ਲੈਣ ਦੀ ਡੈਫੀਨੇਟਲੀ ਜ਼ਰੂਰਤ ਹੈਗੀ ਹੈ। ਫੀਅਰ ਫੈਕਟਰ ਨੂੰ ਘਟਾਵਾਂਗੇ, ਪਰ ਪ੍ਰੀਕਾਸ਼ਨਸ ਆਪਾਂ ਜ਼ਰੂਰ ਲੈਣੀਆਂ ਹੈਗੀਆਂ ਤਾਂ ਜੋ ਆਪਾਂ ਇੱਕ ਦੂਜੇ ਤੋਂ ਟਰਾਂਸਮਿਟ ਨਾ ਹੁੰਦੀ ਹੈ ਇਨਫੈਕਸ਼ਨ ਨੂੰ। ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਲਈ। ਔਰ ਸਾਰੇ ਦੁਨੀਆ ਦੇ ਡਾਕਟਰਸ ਨੂੰ ਮੈਂ ਕਹਿੰਦਾ ਸਲਾਮ ਹੈ ਜਿਹੜੇ ਇਸ ਮੌਕੇ ਦੇ ਉੱਤੇ ਖੜੇ ਹੋ ਗਏ ਨੇ ਔਰ ਇਕਜੁੱਟ ਹੋ ਕੇ ਪੂਰੀ ਕਮਿਊਨਿਟੀ ਨੂੰ, ਪੂਰੀਆਂ ਜਿਹੜੀਆਂ ਲਾਈਫਸ ਨੂੰ ਬਚਾ ਰਹੇ ਨੇ। ਔਰ ਜਿੱਥੇ 5-6 ਘੰਟੇ 8 ਘੰਟੇ ਕੰਮ ਕਰਦੇ ਸੀ, 16-16 ਘੰਟੇ ਦੀ ਜੌਬ ਜਿਹੜੀ ਆ ਹੋ ਰਹੀ ਆ। ਥੈਂਕ ਯੂ ਵੈਰੀ ਮਚ ਸਾਰੇ ਡਾਕਟਰਸ ਨੂੰ, ਔਰ ਹੈਪੀ ਡਾਕਟਰਸ ਨੈਸ਼ਨਲ ਡਾਕਟਰਸ ਡੇ। ਥੈਂਕ ਯੂ ਵੈਰੀ ਮਚ।